हाँ जी बच्चों, ਹੁਣ ਆਪਾਂ ਨੈਕਸਟ ਇੰਪੋਰਟੈਂਟ ਟੌਪਿਕ ਕਰਨ ਜਾ ਰਹੇ ਹਾਂ ਗੁੱਡਵਿਲ ਐਂਡ ਇਟਸ ਵੈਲਿਊਏਸ਼ਨ ਦੇ ਅੰਦਰ ਪਾਸਟ ਐਡਜਸਟਮੈਂਟਸ। ਇਹ ਬੜਾ ਇੰਪੋਰਟੈਂਟ ਟੌਪਿਕ ਆ, ਬਹੁਤ ਬੱਚੇ ਇਹਦੇ ਵਿੱਚ ਕਨਫਿਊਜ਼ ਰਹਿੰਦੇ ਆ। ਪਾਸਟ ਐਡਜਸਟਮੈਂਟਸ ਹੁੰਦੀਆਂ ਕੀ ਆ? ਕੁਝ ਇਹੋ ਜਿਹੀਆਂ ਆਈਟਮਸ ਜਾਂ ਕੁਝ ਇਹੋ ਜਿਹੀਆਂ ਐਡਜਸਟਮੈਂਟਸ ਜਿਹੜੀਆਂ ਕਿ ਆਪਾਂ ਕਰਤੀਆਂ ਬਟ ਉਹ ਨਹੀਂ ਕਰਨੀਆਂ ਸੀ। ਕੁਝ ਇਹੋ ਜਿਹੀਆਂ ਆਈਟਮਸ ਨੂੰ ਇਨਕਲੂਡ ਕਰ ਲਿਆ ਨੈਟ ਪ੍ਰੋਫਿਟ ਦੇ ਅੰਦਰ ਜਿਹੜੀਆਂ ਕਿ ਆਪਾਂ ਨਹੀਂ ਕਰਨੀਆਂ ਸੀ ਬਾਈ ਮਿਸਟੇਕ, ਜਾਂ ਕੁਝ ਇਹੋ ਜਿਹੀਆਂ ਆਈਟਮਸ ਜਿਨ੍ਹਾਂ ਨੂੰ ਇਨਕਲੂਡ ਕਰਨਾ ਸੀ ਬਟ ਆਪਾਂ ਨਹੀਂ ਕੀਤਾ। ਸੋ ਕੁਝ ਇਹੋ ਜਿਹੀਆਂ ਐਬਨੋਰਮਲ ਗੇਨਸ ਹੁੰਦੇ ਨੇ, ਕੁਝ ਐਬਨੋਰਮਲ ਲਾਸਿਸ ਹੁੰਦੇ ਨੇ, ਕੋਈ ਹੋਰ ਇਹੋ ਜਿਹੀਆਂ ਪਾਰਟਸ ਐਡਜਸਟਮੈਂਟਸ ਹੁੰਦੀਆਂ ਨੇ ਜਿਨ੍ਹਾਂ ਨੂੰ ਲੈ ਕੇ ਕਿ ਆਪਣਾ ਨੈਟ ਪ੍ਰੋਫਿਟ ਆ ਜਿਹੜਾ ਉਹ ਗਲਤ ਕੈਲਕੂਲੇਟ ਹੋ ਜਾਂਦਾ। ਸੋ ਉਸ ਚੀਜ਼ ਨੂੰ ਕਰੈਕਟ ਕਰਨ ਦੇ ਲਈ ਆਪਾਂ ਕੁਝ ਐਡਜਸਟਮੈਂਟਸ ਕਰਦੇ ਹਾਂ, ਉਹਨਾਂ ਦੇ ਬਾਰੇ ਅੱਜ ਆਪਾਂ ਡਿਸਕਸ ਕਰਾਂਗੇ। ਸੋ ਇੱਥੇ ਕੁਝ ਐਡਜਸਟਮੈਂਟਸ ਲਿਖੀਆਂ ਹੋਈਆਂ ਨੇ। ਐਬਨੋਰਮਲ ਗੇਨ ਫਸਟ ਵਨ, ਐਬਨੋਰਮਲ ਲਾਸ ਸੈਕਿੰਡ। ਪਹਿਲਾਂ ਤਾਂ ਇਹਨਾਂ ਦੇ ਬਾਰੇ ਸਮਝੋ ਇਹ ਹੁੰਦਾ ਕੀ ਆ। ਐਬਨੋਰਮਲ ਗੇਨ ਕੀ ਹੁੰਦਾ ਬੱਚੇ? ਵੈਸੇ ਤਾਂ ਜਿਹੜਾ ਆਪਾਂ ਆਪਣਾ ਨੈਟ ਪ੍ਰੋਫਿਟ ਕੈਲਕੂਲੇਟ ਕਰਦੇ ਆ ਉਹਦੇ ਅੰਦਰ ਜੋ ਵੀ ਆਪਣੇ ਡਾਇਰੈਕਟ ਇਨਡਾਇਰੈਕਟ ਐਕਸਪੈਂਸਿਸ ਹੁੰਦੇ ਨੇ ਆਪਾਂ ਉਹਨਾਂ ਨੂੰ ਇਨਕਲੂਡ ਕਰਦੇ ਆ। ਤੁਸੀਂ ਆਪਣਾ ਟ੍ਰੇਡਿੰਗ ਐਂਡ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਇਆ, ਟ੍ਰੇਡਿੰਗ ਅਕਾਊਂਟ ਦੇ ਅੰਦਰ ਆਪਾਂ ਡਾਇਰੈਕਟ ਐਕਸਪੈਂਸਿਸ ਲੈਣੇ ਆ, ਇਨਡਾਇਰੈਕਟ ਐਕਸਪੈਂਸਿਸ ਲੈਣੇ ਆ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅੰਦਰ। ਟ੍ਰੇਡਿੰਗ ਅਕਾਊਂਟ ਦੇ ਅੰਦਰ ਡਾਇਰੈਕਟ ਐਕਸਪੈਂਸਿਸ ਐਂਡ ਇਨਡਾਇਰੈਕਟ ਐਕਸਪੈਂਸਿਸ ਆਪਾਂ ਲੈਣੇ ਆ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅੰਦਰ। ਬਟ ਕਈ ਵਾਰ ਕੀ ਹੁੰਦਾ, ਆਪਣੇ ਕੁਝ ਐਬਨੋਰਮਲ ਗੇਨ ਐਬਨੋਰਮਲ ਲਾਸਿਸ ਹੁੰਦੇ ਨੇ। ਬਾਈ ਚਾਂਸ ਆਪਾਂ ਗਲਤੀ ਨਾਲ ਡਿਊ ਟੂ ਅ ਲੈਕ ਆਫ ਨੌਲੇਜ ਕਹਿ ਸਕਦੇ ਹੋ, ਆਪਾਂ ਉਹਨਾਂ ਚੀਜ਼ਾਂ ਨੂੰ ਆਪਣੇ ਗੇਨਸ ਨੂੰ ਆਪਣੇ ਪ੍ਰੋਫਿਟਸ ਦੇ ਅੰਦਰ ਇਨਕਲੂਡ ਕਰ ਦਿੰਦੇ ਆ। ਆਪਾਂ ਸੋਚਦੇ ਆ ਕਿ ਸਾਨੂੰ ਮੁਨਾਫਾ ਹੋਇਆ ਤੇ ਆਪਾਂ ਉਹਨਾਂ ਨੂੰ ਪ੍ਰੋਫਿਟਸ ਦੇ ਅੰਦਰ ਇਨਕਲੂਡ ਕਰ ਲੈਂਦੇ ਆ, ਹਾਲਾਂਕਿ ਉਹ ਚੀਜ਼ਾਂ ਆਪਾਂ ਨਹੀਂ ਲੈਣੀਆਂ ਹੁੰਦੀਆਂ। ਜਿਹੜੀਆਂ ਆਈਟਮਸ ਨੂੰ ਰੂਟੀਨ ਦੇ ਵਿੱਚ ਆਪਾਂ ਯੂਜ਼ ਕਰਕੇ ਸੇਲ ਪਰਚੇਜ਼ ਕਰਕੇ ਆਪਾਂ ਪ੍ਰੋਫਿਟਸ ਕਮਾਉਂਦੇ ਆ, ਉਸ ਚੀਜ਼ ਨੂੰ ਕਹਿੰਦੇ ਨੇ ਨੈਟ ਪ੍ਰੋਫਿਟ। ਆਪਾਂ ਨੈਟ ਪ੍ਰੋਫਿਟ ਇਹੀ ਚੀਜ਼ਾਂ ਦਾ ਕੈਲਕੂਲੇਟ ਕਰਦੇ ਨਾ ਜੋ ਵੀ ਆਪਾਂ ਆਪਣਾ ਬਿਜ਼ਨਸ ਕਰ ਰਹੇ ਹਾਂ। ਸਪੋਜ਼ ਕਰੋ ਆਪਾਂ ਆਪਣੇ ਕੱਪੜੇ ਦਾ ਬਿਜ਼ਨਸ ਕਰ ਰਹੇ ਹਾਂ ਤਾਂ ਜੋ ਵੀ ਆਪਣੀ ਸੇਲ ਪਰਚੇਜ਼ ਕੱਪੜੇ ਨੂੰ ਲੈ ਕੇ ਡਾਇਰੈਕਟ ਇਨਡਾਇਰੈਕਟ ਐਕਸਪੈਂਸਿਸ ਹੁੰਦੇ ਨੇ, ਉਹ ਸਾਰੇ ਐਕਸਪੈਂਸਿਸ ਨੂੰ ਇਨਕਮ ਨੂੰ ਇਨਕਲੂਡ ਕਰਕੇ ਹੀ ਆਪਾਂ ਨੈਟ ਪ੍ਰੋਫਿਟ ਕੈਲਕੂਲੇਟ ਕਰਦੇ ਹਾਂ। ਬਟ ਕਈ ਵਾਰ ਕੀ ਹੁੰਦਾ, ਕੁਝ ਅਨਐਕਸਪੈਕਟਡ ਪ੍ਰੋਫਿਟਸ ਹੋ ਜਾਂਦੇ ਆ ਜਿਹੜੇ ਕਿ ਆਪਣੇ ਬਿਜ਼ਨਸ ਨਾਲ ਲਿੰਕ ਨਹੀਂ ਕਰਦੇ। ਮੈਂ ਤੁਹਾਨੂੰ ਛੋਟੇ ਛੋਟੇ ਐਗਜ਼ਾਮਪਲਸ ਦਊਂਗਾ। ਲਾਈਕ ਅ ਲੋਟਰੀ, ਆਪਾਂ ਨੂੰ ਲੋਟਰੀ ਲੱਗ ਗਈ, ਆਪਾਂ ਕੀ ਕੀਤਾ, ਗਲਤੀ ਦੇ ਨਾਲ ਆਪਾਂ ਉਹਨਾਂ ਨੂੰ ਕ੍ਰੈਡਿਟ ਕਰਤਾ ਜਦੋਂ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾਇਆ, ਤੇ ਜਿਹਦੇ ਨਾਲ ਕਿ ਆਪਣਾ ਨੈਟ ਪ੍ਰੋਫਿਟ ਤੇ ਇਫੈਕਟ ਪੈ ਗਿਆ, ਉਹ ਇਨਕਰੀਜ਼ ਕਰ ਜੂਗਾ। ਐਬਨੋਰਮਲ ਗੇਨ, ਇਹ ਕੀ ਆ ਬੱਚੇ? ਮੈਂ ਐਗਜ਼ਾਮਪਲ ਦਿੱਤੀ ਐਬਨੋਰਮਲ ਗੇਨ। ਫਸਟ ਵਨ ਇਜ਼ ਐਬਨੋਰਮਲ ਗੇਨ। ਆਪਾਂ ਸਟਾਰਟ ਕਰਦੇ ਹਾਂ। ਫਸਟ ਵਨ ਇਜ਼ ਐਬਨੋਰਮਲ ਗੇਨ। ਐਬਨੋਰਮਲ ਗੇਨ ਕੀ ਹੁੰਦਾ? ਕੁਝ ਆਪਾਂ ਨੂੰ ਬੈਨੀਫਿਟਸ ਹੋਏ ਐਬਨੋਰਮਲ, ਜਿਹੜੇ ਕਿ ਆਪਣੇ ਜਿਹੜੇ ਬਿਜ਼ਨਸ ਦੇ ਵਿੱਚ ਪ੍ਰੋਫਿਟਸ ਹੁੰਦੇ ਨੇ, ਆਪਾਂ ਨੂੰ ਇਨਕਮਸ ਹੁੰਦੀਆਂ, ਉਹ ਨਾਰਮਲ ਹੁੰਦੀਆਂ। ਐਬਨੋਰਮਲਸ ਮੀਨਸ ਜਿਹੜੇ ਕਦੇ ਕਦਾਈ ਹੁੰਦੇ ਨੇ। ਲਾਈਕ ਲੋਟਰੀ ਨਿਕਲ ਗਈ। ਲੋਟਰੀ ਕੀ ਆ ਬੱਚੇ? ਇੱਕ ਐਬਨੋਰਮਲ ਆ। ਐਬਨੋਰਮਲ ਗੇਨ ਆਪਾਂ ਨੂੰ ਰੂਟੀਨ ਦੇ ਵਿੱਚ ਨਹੀਂ ਹੁੰਦਾ। ਔਰ ਸੈਕਿੰਡ ਵਨ, ਆਪਾਂ ਕੋਈ ਐਸਟ ਵੇਚਿਆ ਜਿਹਦੀ ਕੀ ਵੈਲਿਊ 10,000 ਸੀ ਤੇ ਆਪਾਂ 15,000 ਚ ਵੇਚੀ, ਉਹ 5,000 ਆਪਣਾ ਪ੍ਰੋਫਿਟ ਨਿਕਲਿਆ ਸੇਲ ਆਫ ਐਸਟਸ। ਉਹ ਕੀ ਆ ਬੱਚੇ? ਐਬਨੋਰਮਲ ਗੇਨ। ਸੋ ਇਹੋ ਜਿਹੇ ਪ੍ਰੋਫਿਟਸ ਆਪਾਂ ਨੈਕਸਟ ਇੱਕ ਹੋਰ ਐਗਜ਼ਾਮਪਲ, ਆਪਣਾ ਕੀ ਹੋਇਆ ਕਿ ਆਪਣਾ ਲਾਸ ਬਾਏ ਫਾਇਰ ਹੋ ਗਿਆ, ਆਪਣਾ ਸਟਾਕ ਡਿਸਟਰੋਏ ਹੋ ਗਿਆ 10,000 ਰੁਪਏ ਦਾ, ਔਰ ਆਪਾਂ ਨੂੰ ਇੰਸ਼ੋਰੈਂਸ ਕਲੇਮ ਕਰ ਲਿਆ ਔਰ ਆਪਾਂ ਨੂੰ 8-10,000 ਰੁਪਇਆ ਮਿਲ ਗਿਆ, ਤੇ ਆਪਾਂ ਉਹ ਵੀ ਚੱਕ ਕੇ ਇੰਸ਼ੋਰੈਂਸ ਕਲੇਮ ਕ੍ਰੈਡਿਟ ਸਾਈਡ ਲਿਖਤਾ ਪ੍ਰੋਫਿਟ ਐਂਡ ਲਾਸ ਅਕਾਊਂਟ। ਉਹ ਕੀ ਹੋ ਗਿਆ ਬੱਚੇ? ਐਬਨੋਰਮਲ ਗੇਨ। ਬਟ ਆਪਾਂ ਕਿੱਥੇ ਇਨਕਲੂਡ ਕਰ ਲਿਆ ਉਹਨੂੰ? ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਵਿੱਚ, ਜਿੱਥੇ ਕਿ ਆਪਾਂ ਸਿਰਫ ਨਾਰਮਲ ਰੂਟੀਨ ਦੀਆਂ ਆਈਟਮਸ ਦੇ ਵਿੱਚੋਂ ਜੋ ਆਪਾਂ ਨੂੰ ਪ੍ਰੋਫਿਟਸ ਹੁੰਦਾ ਸੇਲ ਪਰਚੇਸ ਤੋਂ ਬਾਅਦ ਉਹ ਲੈਣੇ ਆ। ਬਟ ਇਹ ਮਿਸਟੇਕਸ ਨੇ ਜਿਨ੍ਹਾਂ ਨੂੰ ਆਪਾਂ ਇੰਪਰੂਵ ਕਰਕੇ ਆਪਣਾ ਕਰੈਕਟ ਨੈਟ ਪ੍ਰੋਫਿਟ ਕੈਲਕੂਲੇਟ ਕਰਨਾ। ਸੋ ਇਹਨਾਂ ਚੀਜ਼ਾਂ ਨੂੰ ਆਪਾਂ ਕੰਸੀਡਰ ਕਰਾਂਗੇ ਅੱਜ। ਐਬਨੋਰਮਲ ਗੇਨ ਸਮਝ ਲੱਗਿਆ ਬੱਚੇ? ਐਬਨੋਰਮਲ, ਮੈਂ ਰਿਪੀਟ ਕਰ ਰਿਹਾ, ਜਿਹੜਾ ਨਾਰਮਲ ਨਹੀਂ ਗਾ, ਐਬਨੋਰਮਲ। ਲਾਈਕ ਲੋਟਰੀ ਲੱਗ ਗਈ, ਹੁਣ ਆਪਣੀ ਹਰ ਸਾਲ ਲੋਟਰੀ ਥੋੜੀ ਨਾ ਲੱਗੂਗੀ, ਹਰ ਮੰਥ ਲੋਟਰੀ ਥੋੜੀ ਨਾ ਲੱਗੂਗੀ। ਇੰਸ਼ੋਰੈਂਸ ਕਲੇਮ ਕਰ ਲਿਆ, ਹੁਣ ਆਪਣਾ ਹਰ ਮੰਥ ਹਰ ਸਾਲ ਥੋੜੀ ਨਾ ਆਪਾਂ ਇਹ ਐਕਸਪੈਕਟ ਕਰਾਂਗੇ ਸਾਡਾ ਹੀ ਸਟਾਕ ਜਲ ਜਵੇ ਤੇ ਸਾਨੂੰ ਕਲੇਮ ਮਿਲ ਜਵੇ। ਇਹ ਨਹੀਂ ਨਾ ਹੋਊਗਾ। ਹੋ ਸਕਦਾ ਔਰ ਆਪਾਂ ਆਏ ਵੀ ਹੈ ਨਹੀਂ ਕਿ ਆਪਾਂ ਆਪਣਾ ਸਟਾਕ ਐਸੈਟਸ ਨੂੰ ਵੇਚੀ ਜਾਵਾਂਗੇ ਤੇ ਆਪਣੇ
प्रॉफिट्स हो जाएंगे तो आप उन्होंने एड ऑन करी जावांगे, नहीं ये एबनॉर्मल है बच्चे, सारा कुछ एबनॉर्मल गेन्स। लॉटरी, मैं रिपीट कर रहा, लॉटरी होगी, सेल ऑफ एसेट्स हो गया, इंश्योरेंस क्लेम हो गया। क्लियर बच्चे, ये सारे की है एबनॉर्मल है। एबनॉर्मल गेन होंगे तो लॉस भी होंगे। लॉस की होगा जी, साडा लॉस ऑफ स्टॉक हो गया बाय फायर, बट अपन क्लेम नहीं मिलया तो आप कहने हैं कि अपना तो लॉस हो गया, चलो जी चक के आप प्रॉफिट एंड लॉस अकाउंट दिखा दो जी साडा खर्चा हो गया या साडा लॉस हो गया। नहीं बच्चे, ये एबनॉर्मल है। एबनॉर्मल चीज़ां आपां नहीं इंक्लूड करनियां, सो इन्हां चीज़ां नूं भी ध्यान रखो। जे आपां कंसीडर कीतियां वा, एबनॉर्मल गेन होगा तो अपना नेट प्रॉफिट ऐड होया होगा। इफ इंक्लूडेड देन माइनस, ध्यान रखियो बच्चे, इफ इंक्लूडेड देन माइनस। लॉटरी आपां इंक्लूड कर ली, अपना नेट प्रॉफिट इंक्रीज कर गया, देन आपां माइनस कर देंगे। जे आपां इंक्लूड कीता होया, आपां कोई इंश्योरेंस क्लेम कीता, आपां इंक्लूड कर लिया गलती दे नाल नेट प्रॉफिट दे विच, देन आपां माइनस कर देंगे। कोई लॉटरी निकली, माइनस कर देंगे। कोई सेल ऑफ एसेट करती, आपां नूं प्रॉफिट हो गया, आपां की कीता बच्चे, इंक्लूड कर लिया गलती दे नाल प्रॉफिट एंड लॉस अकाउंट, देन माइनस कर देंगे बच्चे। ध्यान रखियो, एबनॉर्मल गेन जे इंक्लूड आ तां माइनस कर देंगे। नेक्स्ट, एबनॉर्मल लॉस। मेरे गुड्स थीफ्ट हो गया, चोरी हो गया, मेरा स्टॉक आ जिहड़ा डिस्ट्रॉय हो गया, बाय फायर हो गया, ठीक है जी। सो लॉसेस हो गए, मैं की कीता चाहे प्रॉफिट एंड लॉस अकाउंट के अंदर दिखाते। जे मैं प्रॉफिट एंड लॉस अकाउंट के अंदर इंक्लूड कर ले जिहड़ियां आइटम्स नूं नहीं करना सी, देन मैं की करूंगा, प्लस कर दूंगा बच्चे, ठीक है जी। सो नेक्स्ट, मैं थोड़ी कुछ एग्जांपल्स लिखे थले, ध्यान नाल समझियो। प्रॉफिट गिवन आपां 40,000, 50,000, 60,000, आप 1 लाख तक चलते हैं। 1 लाख रुपया प्रॉफिट गिवन आफ्टर डेबिटिंग द लॉस ऑफ स्टॉक बाय फायर 40,000। दैट मीनस आपां नूं नेट प्रॉफिट दिता 1 लाख रुपया। मैं इत्थे लिख देना एग्जांपल ईजिली समझने लई। नेट प्रॉफिट गिवन आपां नूं 1 लाख रुपया, की लैस करन तो बाद आफ्टर डेबिटिंग द लॉस ऑफ स्टॉक बाय फायर, मतलब प्रॉफिट एंड लॉस दे डेबिट साइड आप 40,000 रुपया दिखाता। बच्चे एबनॉर्मल लॉस आ। हर साल असी एक्सपैक्ट करते कि साडा स्टॉक है जो अग लग जाए तो साडा लॉस हो जाए, नहीं, ये एबनॉर्मल आ, नॉर्मल नहीं गा। सो एक गलती नाल लैस हो गया तो आप ऐड कर देंगे। क्लियर। सो जिहड़ा अपना एग्जैक्ट नेट प्रॉफिट होगा वो कितना होगा बच्चे, 1,40,000 एग्जैक्ट। ये जिहड़ा 40,000 अपना लॉस बाय फायर होया वो आपां नेट प्रॉफिट च ऐड कर दांगे, जिहड़ा कि आपां नूं आफ्टर डिडक्टिंग दिता वा, आफ्टर डेबिटिंग दिता वा तो आपां नूं दोबारा ऐड कर दांगे। क्लियर बच्चों। सो एग्जैक्ट नेट प्रॉफिट कितना हो जाऊगा अपना, मैं इत्थे लिख देना, एग्जैक्ट प्रॉफिट कितना हो जाऊगा बच्चे, 1,40,000। नेक्स्ट बच्चे एक और एग्जांपल, प्रॉफिट एंड लॉस इंक्लूडिंग द वॉलेंट्री रिटायरमेंट कंपनसेशन पेड 20,000। वॉलेंट्री रिटायरमेंट कंपनसेशन मीन्स कोई पर्सन रिटायर हो गया तो आपां नूं 20,000 रुपया पे कीता, आपां हर साल पे करी जावांगे, हर साल अपने बंदे ही रिटायर हो जाएंगे तो आपां ये दिखाई जावांगे। एक ही बच्चे एबनॉर्मल आ, एक कंटिन्यूटी नहीं की, एक कंटिन्यूटी एक्टिविटी नहीं की अपने बिजनेस के अंदर। कंटिन्यूटी तो होंगी है हर मंथ सेल परचेज हर साल हो ही जानी है। रिटायरमेंट तो 2 साल 4 साल 5 साल बाद होंगी है, 10 साल बाद होंगी है। सो इट्स नॉट अ पार्ट ऑफ द नॉर्मल एक्टिविटीज, इट्स अ एबनॉर्मल। सो ये अपना एक्सपेंस आ, आप वॉलेंट्री रिटायरमेंट कंपनसेशन पेड करता 20,000 रुपया, नेट प्रॉफिट गलती ना लैस करता तो आप दोबारा की करांगे, इस चीज नू प्लस करांगे। क्लियर बच्चों। थर्ड, नेक्स्ट वॉलेंट्री समझ लग गया। नेक्स्ट की है बच्चे, प्रॉफिट इंक्लूड सेल ऑफ एसेट्स। प्रॉफिट कितना, 30,000 रुपया मीनस आप अपना एसेट बेचा 30,000 रुपये का, तो आप अपने प्रॉफिट्स दे विच इंक्लूड करके दिखाता। एक ही एबनॉर्मल गेन। इन चीजों समझो, एग्जांपल्स ने थले बच्चे। एक ही सेल ऑफ एसेट, अपन पैसा आया, प्रॉफिट होया अपन 30,000 रुपया एक्स्ट्रा, आप सोचा चलो जी बिजनेस का पार्ट आ, बिजनेस की कोई चीज चक के बेचती, प्रॉफिट हुआ, चलो जी चक के आप नेट प्रॉफिट च पाता। नहीं बच्चे,
ਇਹ ਐਬਨੋਰਮਲ ਆ। ਹਰ ਸਾਲ ਹਰ ਮਹੀਨੇ ਹਰ ਮੰਥ ਆਪਾਂ ਇਹ ਚੀਜ਼ਾਂ ਥੋੜੀ ਨਾ ਵੇਚ ਆਪਾਂ ਆਪਣੇ ਪ੍ਰੋਫਿਟਸ ਨੂੰ ਸ਼ੋ ਕਰੀ ਜਾਵਾਂਗੇ। ਸੋ ਇਹ ਗਲਤ ਆ, ਇਹ ਐਬਨੋਰਮਲ ਗੇਨ ਆ। ਇਫ ਐਬਨੋਰਮਲ ਗੇਨ ਦੈਨ ਮਾਈਨਸ ਲਿਖਿਆ ਨਾ ਬੱਚੇ, ਇਫ ਨॉर्मल ਐਬਨੋਰਮਲ ਗੇਨ ਇਨਕਲੂਡ ਕੀਤਾ ਦੈਨ ਮਾਈਨਸ ਕਰ ਦਾਂਗੇ। ਇੱਥੇ ਲਿਖਿਆ ਹੈ ਇਨਕਲੂਡ ਆ, ਇਨਕਲੂਡ ਦਾ ਸੇਲ ਆਫ ਐਸਟ that means 30,000 ਜੋ ਵੀ ਆਪਣਾ ਪ੍ਰੋਫਿਟ ਕੁਐਸਚਨ ਦੇ ਵਿੱਚ ਗਿਵਨ ਹੋਇਆ ਆਪਾਂ ਮਾਈਨਸ ਕਰ ਦਾਂਗੇ। ਨੈਕਸਟ ਪ੍ਰੋਫਿਟ ਦੇ ਵਿੱਚ ਇਨਕਲੂਡ ਹੋਵੇ ਇੰਸ਼ੋਰੈਂਸ ਕਲੇਮ, ਇੰਟਰਸਟ ਔਨ ਇਨਵੈਸਟਮੈਂਟ, ਡਿਵੀਡੈਂਡ ਰਿਸੀਵਡ, ਇਹ ਤਿੰਨੇ ਹੀ ਚੀਜ਼ਾਂ ਆਪਣਾ ਪ੍ਰੋਫਿਟ ਦਾ ਪਾਰਟ ਨਹੀਂਗਾ। ਇਹ ਬਿਜ਼ਨਸ ਦੀ ਕੰਟੀਨਿਊਟੀ ਐਕਟੀਵਿਟੀ ਨਹੀਂ ਗੀ ਬੱਚੇ। ਇੰਸ਼ੋਰੈਂਸ ਕਲੇਮ ਆਪਾਂ ਹਰ ਮਹੀਨੇ ਹਰ ਸਾਲ ਇੰਸ਼ੋਰੈਂਸ ਕਲੇਮ ਨਹੀਂ ਕਰਦੇ। ਆਪਾਂ ਨੂੰ ਇੰਟਰਸਟ ਔਨ ਇਨਵੈਸਟਮੈਂਟ ਇਹ ਆਪਣਾ ਬਿਜ਼ਨਸ ਦਾ ਪਾਰਟ ਨਹੀਂਗਾ। ਇਨਵੈਸਟਮੈਂਟ ਆਪਾਂ ਕਿਤੇ ਵੀ ਕੀਤੀ ਹੋ ਜਾ ਸਕਦੀ ਹੈ, ਮਿਊਚੁਅਲ ਫੰਡਸ ਦੇ ਵਿੱਚ, ਬੈਂਕ ਦੇ ਵਿੱਚ ਆਪਾਂ ਪੈਸਾ ਇਨਵੈਸਟ ਕੀਤਾ ਹੋਇਆ, ਆਪਾਂ ਨੂੰ ਉਹ ਤੋਂ ਪ੍ਰੋਫਿਟ ਆ ਰਿਹਾ। ਬਟ ਹਾਲਾਂਕਿ ਆਪਣਾ ਬਿਜ਼ਨਸ ਆ ਜਿਹੜਾ ਉਹ ਟੈਕਸਟਾਈਲ ਦਾ ਵਾ, ਦੈਨ ਇਟ ਨਾਟ ਅ ਪਾਰਟ ਆਫ ਦਾ ਬਿਜ਼ਨਸ ਐਕਟੀਵਿਟੀ, ਸੋ ਇਟਸ ਅ ਪਾਰਟ ਆਫ ਦਾ ਐਬਨੋਰਮਲ ਗੇਨ। ਇਹ ਸਾਰੀਆਂ ਚੀਜ਼ਾਂ ਕੀ ਹੋਣਗੀਆਂ ਬੱਚੇ? ਇੰਸ਼ੋਰੈਂਸ ਕਲੇਮ ਆਪਾਂ ਨੂੰ ਇੱਕ ਤਰ੍ਹਾਂ ਦੀ ਇਨਕਮ ਹੋਈ, ਗੇਨ ਹੋਇਆ। ਇੰਟਰਸਟ ਔਨ ਇਨਵੈਸਟਮੈਂਟ ਆਪਾਂ ਨੂੰ ਗੇਨ ਹੋਇਆ। ਡਿਵੀਡੈਂਡ ਰਿਸੀਵ ਕੀਤਾ ਜਿਹੜਾ ਕਿ ਆਪਣੇ ਬਿਜ਼ਨਸ ਦਾ ਪਾਰਟ ਨਹੀਂਗਾ। ਸੋ ਇਹ ਸਾਰੀਆਂ ਚੀਜ਼ਾਂ ਕੀ ਹੋਣਗੀਆਂ? ਜੇ ਇਨਕਲੂਡ ਆ, ਇਫ ਐਬਨੋਰਮਲ ਗੇਨ ਇਜ਼ ਇਨਕਲੂਡ ਦੈਨ ਮਾਈਨਸ ਇਨ ਦਾ ਨੈਟ ਪ੍ਰੋਫਿਟ, ਆਪਾਂ ਦੁਬਾਰਾ ਨੈਟ ਪ੍ਰੋਫਿਟ ਚ ਮਾਈਨਸ ਕਰ ਦਾਂਗੇ। ਕਲੀਅਰ ਬੱਚੋ? ਲਾਸਟ ਐਕਸਕਲੂਸਿਵ ਆਫ ਦਾ ਐਕਸਪੈਂਸਿਸ। ਹਾਂਜੀ ਇਹ ਬੜੀ ਇੰਪੋਰਟੈਂਟ ਆ, ਇਹਨਾਂ ਸਾਰਿਆਂ ਤੋਂ ਡਿਫਰੈਂਟ ਆ। ਐਬਨੋਰਮਲ ਗੇਨ ਐਂਡ ਐਬਨੋਰਮਲ ਲਾਸ ਤੋਂ ਡਿਫਰੈਂਟ ਆ। ਆ ਬੱਚੇ ਦੀ ਐਗਜ਼ਾਮਪਲਸ ਸੀਗੀਆਂ, ਇਹ ਕੁਝ ਐਕਸਟਰਾ ਨਹੀਂਗਾ। ਇਹ ਐਬਨੋਰਮਲ ਗੇਨ ਤੇ ਐਬਨੋਰਮਲ ਲਾਸ ਦਾ ਕੁਝ ਐਗਜ਼ਾਮਪਲਸ ਸੀਗੀਆਂ। ਫਸਟ, ਸੈਕਿੰਡ ਐਂਡ ਲਾਸਟ ਇਹ ਅਲੱਗ-ਅਲੱਗ ਚੀਜ਼ਾਂ ਨੇ। ਐਕਸਕਲੂਸਿਵ ਆਫ ਦਾ ਐਕਸਪੈਂਸਿਸ, ਇਸ ਚੀਜ਼ ਨੂੰ ਸਮਝੋ ਬੱਚੇ। ਐਕਸਕਲੂਸਿਵ ਮੀਨਸ ਕੁਝ ਇਹੋ ਜਿਹੇ ਖਰਚੇ ਜਿਹੜੇ ਕਿ ਆਪਣੇ ਰਹਿ ਗਏ, ਹਾਲਾਂਕਿ ਆਪਣੇ ਬਿਜ਼ਨਸ ਦੇ ਸੀਗੇ, ਆਪਣੇ ਰਹਿ ਗਏ ਲੈਸ ਕਰਨ ਤੋਂ ਨੈਟ ਪ੍ਰੋਫਿਟ ਦੇ ਵਿੱਚੋਂ। ਜੇ ਰਹਿ ਗਏ then ਆਪਾਂ ਮਾਈਨਸ ਕਰ ਦਾਂਗੇ। if we forget to reduce ਮਤਲਬ ਆਪਾਂ ਰਹਿ ਗਏ ਆਪਣੇ ਕਿੱਥੋਂ? ਨੈਟ ਪ੍ਰੋਫਿਟ ਦੇ ਵਿੱਚੋਂ ਮਾਈਨਸ ਕਰਨ ਤੋਂ ਆਪਾਂ ਭੁੱਲ ਗਏ, forget means ਭੁੱਲ ਗਏ, then we subtract from the profit, ਸੋ ਸਾਲ ਦੇ ਪ੍ਰੋਫਿਟ ਚੋਂ ਆਪਾਂ ਇਹਨਾਂ ਨੂੰ ਮਾਈਨਸ ਕਰ ਦਾਂਗੇ। ਕਲੀਅਰ ਬੱਚਿਓ? ਇਹ ਬੜਾ ਹੀ ਇੰਪੋਰਟੈਂਟ ਟੌਪਿਕ ਆ ਪਾਸਟ ਐਡਜਸਟਮੈਂਟਸ, ਕਿਉਂਕਿ ਜਦੋਂ ਗੁੱਡਵਿਲ ਦੇ ਅੰਦਰ ਆਪਾਂ ਕੈਲਕੂਲੇਸ਼ਨ ਹੀ ਪ੍ਰੋਫਿਟ ਦੇ ਬੇਸ ਤੇ ਕਰਨੀ ਆ। ਜੇ ਆਪਣਾ ਐਗਜ਼ੈਕਟ ਪ੍ਰੋਫਿਟ ਹੀ ਨਹੀਂ ਕੈਲਕੂਲੇਟ ਹੋਇਆ ਦੈਨ ਆਪਾਂ ਅੱਗੇ ਕੋਈ ਵੀ ਮੈਥਡ ਨੂੰ ਸਹੀ ਤਰੀਕੇ ਨਾਲ ਸੋਲਵ ਨਹੀਂ ਕਰ ਪਾਵਾਂਗੇ। ਸੋ ਇਹ ਕੁਝ ਪਾਸਟ ਐਡਜਸਟਮੈਂਟ ਸੀਗੀਆਂ। ਇੱਕ ਹੋਰ ਰਹਿ ਗਈ, ਚਲੋ ਹੁਣ ਆਪਾਂ ਉਹਨੂੰ ਡਿਸਕਸ ਕਰਦੇ ਹਾਂ। ਹਾਂਜੀ ਬੱਚੇ, ਆਪਣੀ ਲਾਸਟ ਐਡਜਸਟਮੈਂਟ ਕੀ ਆ? ਇਫ ਕੈਪੀਟਲ ਐਕਸਪੈਂਡੀਚਰ ਸ਼ੋਨ ਐਜ਼ ਅ ਰੈਵਨਿਊ ਐਕਸਪੈਂਡੀਚਰ ਮੀਨਸ ਆਪਾਂ ਗਲਤੀ ਦੇ ਨਾਲ ਕੋਈ ਵੀ ਕੈਪੀਟਲ ਐਕਸਪੈਂਡੀਚਰ ਗਲਤੀ ਦੇ ਨਾਲ ਉਹਨੂੰ ਸ਼ੋ ਕਰਤਾ ਐਜ਼ ਅ ਰੈਵਨਿਊ ਐਕਸਪੈਂਡੀਚਰ। ਹੁਣ ਇਸ ਚੀਜ਼ ਨੂੰ ਸਮਝਣਾ ਪੈਣਾ ਬੱਚੇ। ਕੈਪੀਟਲ ਐਕਸਪੈਂਡੀਚਰ ਕੀ ਹੁੰਦਾ ਤੇ ਰੈਵਨਿਊ ਐਕਸਪੈਂਡੀਚਰ ਕੀ ਹੁੰਦਾ? ਕੈਪੀਟਲ ਐਕਸਪੈਂਡੀਚਰ ਮੀਨਸ ਆਪਾਂ ਕੋਈ ਵੀ ਖਰਚੇ ਲਾਈਕ ਕੋਈ ਐਸੈਟਸ ਪਰਚੇਜ਼ ਕੀਤਾ ਹਨਾ, ਜਿਹੜੇ ਕਿ ਆਪਾਂ ਸ਼ੋ ਕਰਦੇ ਆ, ਜਿਹੜੇ ਕਿ ਆਪਾਂ ਬੱਚੇ ਸ਼ੋ ਕਰਦੇ ਆ ਬੈਲੈਂਸ ਸ਼ੀਟ ਦੇ ਅੰਦਰ ਹਨਾ। ਬਟ ਰੈਵਨਿਊ ਐਕਸਪੈਂਡੀਚਰਸ ਜਿਹੜੇ ਵੀ ਕੀ ਆਪਾਂ ਸ਼ੋ ਕਰਦੇ ਆ ਨੈਟ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅੰਦਰ। ਮੈਂ ਛੋਟੀ ਜਿਹੀ ਐਗਜ਼ਾਮਪਲ ਲਿਖਿਆ, ਜਲਦੀ ਇਹਨੂੰ ਪੜੋ ਤੇ ਸਮਝੋ। ਔਨ 1 ਜਨਵਰੀ 2013 ਦਾ ਮਸ਼ੀਨ ਵਾਜ਼ ਪਰਚੇਜ਼ਡ, ਕਹਿੰਦਾ ਆਪਾਂ ਇੱਕ ਮਸ਼ੀਨਰੀ ਪਰਚੇਜ਼ ਕੀਤੀ 50,000 ਰੁਪਏ ਦੀ ਐਂਡ ਡੈਬਿਟਡ ਟੂ ਦਾ ਟ੍ਰੇਡ ਐਕਸਪੈਂਸਿਸ ਅਕਾਊਂਟ, ਮਤਲਬ ਗਲਤੀ ਨਾਲ ਆਪਾਂ ਕਿੱਥੇ ਸ਼ੋ ਕਰਤੀ? ਟ੍ਰੇਡ ਐਕਸਪੈਂਸਿਸ ਅਕਾਊਂਟ ਦੇ ਅੰਦਰ। ਔਨ ਵਿਚ ਡੈਪਰੀਸੀਏਸ਼ਨ ਚਾਰਜ ਆ 25%। ਹੁਣ ਦੇਖੋ ਗਲਤੀ ਕਿੰਨੀ ਵੱਡੀ ਹੋਈ। ਆਪਾਂ ਕੀ ਕੀਤਾ ਬੱਚੇ? ਸ਼ੋ ਕਰਤਾ ਕਿ ਹਾਲਾਂਕਿ ਆਪਣੀ ਜਿਹੜੀ ਮਸ਼ੀਨ ਆ ਉਹ ਕਿੱਥੇ ਸ਼ੋ ਹੋਣੀ ਚਾਹੀਦੀ ਸੀਗੀ? ਕਿੱਥੇ ਸ਼ੋ ਹੋਣੀ ਚਾਹੀਦੀ ਸੀ ਬੱਚੇ? ਬੈਲੈਂਸ ਸ਼ੀਟ ਦੇ ਅੰਦਰ ਐਜ਼ ਅ ਮਸ਼ੀਨਰੀ। ਆਪਾਂ ਨੂੰ ਇੱਥੇ ਲਿਖਣਾ ਚਾਹੀਦਾ ਸੀਗਾ 50,000 ਰੁਪਇਆ ਆਪਣੀ ਏਦਾਂ ਸ਼ੋ ਹੋਣੀ ਚਾਹੀਦੀ ਸੀਗੀ। ਬਟ ਆਪਾਂ ਕੀ ਸ਼ੋ ਕਰਤਾ ਬੱਚੇ? ਆਪਾਂ ਕੀ ਸ਼ੋ ਕਰਤਾ? ਆਪਾਂ ਚੱਕ ਕੇ ਸ਼ੋ ਕਰਤਾ ਇਹਨੂੰ ਪ੍ਰੋਫਿਟ ਐਂਡ ਲਾਸ ਅਕਾਊਂਟ ਦੇ ਅੰਦਰ। ਕਿੱਥੇ? ਜਦੋਂ ਆਪਾਂ ਨੈਟ ਪ੍ਰੋਫਿਟ ਆਪਾਂ ਨੂੰ ਇੱਥੇ ਗ੍ਰੋਸ ਪ੍ਰੋਫਿਟ ਗਿਵਨ ਹੁੰਦਾ, ਆਪਾਂ ਕੈਲਕੂਲੇਟ ਕਰ ਲਿਆ ਹੁੰਦਾ ਤੇ ਆਪਾਂ ਪ੍ਰੋਫਿਟ ਐਂਡ ਲਾਸ ਅਕਾਊਂਟ ਬਣਾ ਰਹੇ ਹੁੰਦੇ ਆ ਤੇ ਆਪਾਂ ਸ਼ੋ ਕਰਤਾ ਇੱਥੇ ਟ੍ਰੇਡ ਐਕਸਪੈਂਸਿਸ।
50,000 रुपये। देखो आ ਆਪਾਂ शो करता, शो की करना चाहिए सी ਆਪਾਂ ਨੂੰ बैलेंस शीट ਦੇ ਅੰਦਰ 50,000 रुपये। ਇੱਥੇ ਤਾਂ ਸਿਰਫ ਆਪਾਂ ਨੂੰ प्रॉफिट एंड लॉस अकाउंट ਦੇ ਅੰਦਰ ਕੀ ਆਉਣਾ ਸੀਗਾ, डेप्रीसीएशन। समझ लगी बच्चे, प्रॉफिट एंड लॉस अकाउंट के अंदर डेप्रीसीएशन होना चाहिए सी, बट आपा की शो करता पूरा 50,000। आपा कितना शो करना सीगा, जे तुसी कैलकुलेट करो तो आपा डेप्रीसीएशन सिर्फ शो करना सीगा। डेप्रीसीएशन कितना बनता बच्चे, 50,000 मल्टीप्लाई बाय 25%, दैट मीन्स एक कितना बन जूगा, आपा सिर्फ 12,500 रुपया शो करना सी, आपा शो करता 50,000 रुपया। सपोज करो अपना नेट प्रॉफिट इत्थे सीगा 1 लाख रुपया, ग्रॉस प्रॉफिट सीगा 1 लाख रुपया, और नेट प्रॉफिट अपना कितना बच गया, जो आप 1 लाख चो 50,000 घटावांगे तो अपना 50,000 रुपया नेट प्रॉफिट बच गया बच्चे। हालांकि अपना नेट प्रॉफिट कितना बचना चाहिए सीगा, अपने ग्रॉस प्रॉफिट दे विचों की लैस होना चाहिए सीगा, सिर्फ डेप्रीसीएशन लैस होना चाहिए सीगा, क्योंकि आपां एसेट दी वैल्यू इत्थे नहीं शो करदे, जो कि अपने तो गलती नाल हो गई। आपां एसेट दी वैल्यू बैलेंस शीट दे अंदर शो करदे हां, सो ये गलत हो गया, ये गलत आ बच्चे, इत्थे नहीं शो होना चाहिए सी। इत्थे तां सिर्फ अपना डेप्रीसीएशन शो होना चाहिए सीगा 12,500। सो जे ਆਪਾਂ सही नैट प्रॉफिट कैलकुलेट करना होवे तां बच्चे की कर सकते हैं, नैट प्रॉफिट के अंदर की होना चाहिए सीगा अपना, जो जे ਆਪਾਂ कैलकुलेट करना सी नैट प्रॉफिट, जो ਆਪਾਂ कैलकुलेट करना सी ਤਾਂ बच्चे ਆਪਾਂ ਨੂੰ ग्रॉस प्रॉफिट माइनस डेप्रीसीएशन शो करना चाहिए सीगा। मीन्स 1 लाख रुपया चों माइनस करना चाहिए सी 12,500, ना कि 50,000। अपना नेट प्रॉफिट 50,000 नहीं होना चाहिए सीगा, एक गलत आया क्योंकि आपां मशीन गलत शो करती है तो ट्रेड एक्सपेंस शो करता, आपां नूं उत्थे डेप्रीसीएशन शो करना चाहिए सी, क्योंकि प्रॉफिट एंड लॉस अकाउंट दे अंदर एसेट्स दी वैल्यू ते डेप्रीसीएशन जिहड़ा लगदा वो आपां शो करते हैं। सो इत्थे 12,500 रुपया बच्चे अपना माइनस होना चाहिए। सो कितना होना चाहिए सीगा बच्चे, 8, जे तुसीं इहनूं कैलकुलेट करोगे 87500 एग्जैक्ट नेट प्रॉफिट अपना बच्चे आ शो होना चाहिए सीगा। नेट प्रॉफिट अपना सही नेट प्रॉफिट 87,500 होना चाहिए सीगा, ना कि 50,000 रुपया। सो ये लास्ट एडजस्टमेंट क्लीयर बच्चों। हुण इस तो बाद आपां पूरा एक पास्ट एडजस्टमेंट के उपर प्रैक्टिकल क्वेश्चन सॉल्व करके इसनूं समझण दी कोशिश करांगे। होप कि तुहानूं सारियां एडजस्टमेंट्स समझ लग गईयां होणगीयां, तुसीं खुद भी हुण ईजी वे दे नाल इन्हां नूं अटैम्प्ट कर सकदे हो। क्लीयर बच्चे, थैंक यू सो मच।